ਗੱਲ ਜੀ ਅੱਜ ਦੀ ਵੀਡੀਓ ਹੈਗੀ ਆ ਉਹਨਾਂ ਵਿਦਿਆਰਥੀਆਂ ਵਾਸਤੇ ਜਿਹੜੇ ਹੁਣ ਨਵੀਂ ਸ਼ਾਰਟਹੈਂਡ ਸਿੱਖਣ ਜਾ ਰਹੇ ਆ, ਸਿੱਖਣ ਦਾ ਮੂਡ ਬਣਾ ਰਹੇ ਆ ਜਾਂ ਪਹਿਲੀ ਵਾਰੀ ਪੇਪਰ ਦੇਣਗੇ। ਜਿਹੜੇ ਹਾਲੇ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਕਦੇ ਪੇਪਰ ਨਹੀਂ ਦਿੱਤਾ ਉਹਨਾਂ ਵਾਸਤੇ ਵੀਡੀਓ ਯੂਜ਼ਫੁਲ ਹੋਣ ਵਾਲੀ ਆ। ਤੁਹਾਡੇ ਜਿਹੜੇ ਡਾਊਟ ਸੀਗੇ ਵੀ ਸਟੈਨੋਗ੍ਰਾਫਰ ਕੀ ਹੁੰਦਾ, ਸਟੈਨੋਟਾਈਪਿਸਟ ਕੀ ਹੁੰਦਾ ਹੈ, ਜੂਨੀਅਰ ਸਕੇਲ ਕੀ ਹੁੰਦਾ, ਸੀਨੀਅਰ ਸਕੇਲ ਹੁੰਦਾ, ਉਹਦੇ ਬਾਰੇ ਅੱਜ ਸਾਰੀ ਗੱਲਬਾਤ ਕਰਨੀ ਹੈਗੀ ਆ। ਇਸ ਵੀਡੀਓ ਨੂੰ ਲਾਸਟ ਤੱਕ ਸੁਣਨਾ, ਤੁਹਾਡੇ ਸਾਰੇ ਮੈਂ ਡਾਊਟ ਕਲੀਅਰ ਕਰ ਦਿੰਦਾ ਵੀ ਸਟੈਨੋਟਾਈਪਿਸਟ ਕੀ ਹੁੰਦਾ ਹੈ। ਆਪਾਂ ਕੋਈ ਵੀ ਇੱਕ ਲੈਂਗੁਏਜ ਸਿੱਖਦੇ ਹਾਂ ਸ਼ਾਰਟਹੈਂਡ ਪੰਜਾਬੀ ਵਿੱਚ, ਪੰਜਾਬੀ ਜਾਂ ਇੰਗਲਿਸ਼ ਕੋਈ ਵੀ ਇੱਕ ਲੈਂਗੁਏਜ ਆਪਾਂ ਸਿੱਖ ਕੇ ਸ਼ਾਰਟਹੈਂਡ ਤੋਂ ਬਾਅਦ ਜੋਬ ਲੱਗਦੇ ਹਾਂ ਤਾਂ ਆਪਾਂ ਨੂੰ ਪੋਸਟ ਜਿਹੜੀ ਮਿਲਣੀ ਆ ਉਹਦਾ ਨਾਮ ਸਟੈਨੋਟਾਈਪਿਸਟ ਆ। ਭਾਵੇਂ ਉਹ ਇੰਗਲਿਸ਼ ਹੋਵੇ ਭਾਵੇਂ ਉਹ ਇਕੱਲੀ ਪੰਜਾਬੀ ਹੋਵੇ ਤਾਂ ਤੁਸੀਂ ਸਟੈਨੋਟਾਈਪਿਸਟ ਲੱਗੋਗੇ। ਜਿਨ੍ਹਾਂ ਦੋਨੋਂ ਕੀਤੀਆਂ, ਦੋਨਾਂ ਨੂੰ ਕਰਨ ਤੋਂ ਬਾਅਦ ਜਦੋਂ ਜੋਬ ਤੇ ਬੱਚਾ ਲੱਗਦਾ ਆ ਉਹਨੂੰ ਆਪਾਂ ਕਹਿੰਦੇ ਹਾਂ ਸਟੈਨੋਗ੍ਰਾਫਰ। ਜਦੋਂ ਵੀ ਕਿਤੇ ਦੋ ਲੈਂਗੁਏਜ ਮੰਗੇ ਜਾਣ, ਭਾਵੇਂ ਉਹ ਜਦੋਂ ਪੰਜਾਬ ਤੋਂ ਬਾਹਰ ਚਲੇ ਉੱਥੇ ਹਿੰਦੀ ਮੰਗ ਲੈਂਦੇ, ਹਿੰਦੀ ਜਾਂ ਇੰਗਲਿਸ਼ ਹੁੰਦੀ ਆ, ਜੇ ਪੰਜਾਬ 'ਚ ਹੋਏਗਾ ਤਾਂ ਇੰਗਲਿਸ਼ ਤੇ ਪੰਜਾਬੀ ਹੋਏਗੀ। ਠੀਕ ਹੈ, ਜੋ ਦੋਨੋਂ ਕੀਤੀਆਂ ਹੁਣ ਲੈਂਗੁਏਜ ਉਸ ਨੂੰ ਆਪਾਂ ਸਟੈਨੋਗ੍ਰਾਫਰ ਕਹਿੰਦੇ ਹਾਂ। ਜੇ ਕੋਈ ਸਿੰਗਲ ਇੱਕ ਕੀਤੀ ਆ ਤਾਂ ਸਟੈਨੋਟਾਈਪਿਸਟ, ਜੇ ਦੋਨੋਂ ਕੀਤੀਆਂ ਤਾਂ ਸਟੈਨੋਗ੍ਰਾਫਰ। ਉਸ ਨੂੰ ਜੂਨੀਅਰ ਸਕੇਲ ਵੀ ਕਹਿੰਦੇ ਆ, ਅਸਿਸਟੈਂਟ ਵੀ ਕਹਿੰਦੇ, ਪੀਏ ਵੀ ਕਹਿੰਦੇ ਆ, ਰੀਡਰ ਵੀ ਕਹਿੰਦੇ ਆ। ਉਹ ਜਦੋਂ ਆਪਾਂ ਕਿਸੇ ਡਿਪਾਰਟਮੈਂਟ ਜਾਂਦੇ ਉੱਥੇ ਇਹਦਾ ਅਹੁਦੇ ਦਾ ਨਾਮ ਚੇਂਜ ਹੁੰਦਾ। ਜਿਹੜਾ ਸਹੀ ਸਟੈਨੋਗ੍ਰਾਫਰ ਆ ਉਹਨੇ ਦੋਨੋਂ ਕੀਤੀਆਂ ਹੁੰਦੀਆਂ। ਠੀਕ ਹੈ, ਜਿਹੜਾ ਟਾਈਪਿਸਟ ਆ, ਸਟੈਨੋਟਾਈਪਿਸਟ, ਉਹਦੀ ਸਪੀਡ ਚਾਹੀਦੀ 80 ਦੀ, 80 ਵਰਡ ਪਰ ਮਿੰਟ ਕਿਸੇ ਵਿੱਚ ਲੈਂਗੁਏਜ, ਭਾਵੇਂ ਪੰਜਾਬੀ ਹੋਵੇ ਭਾਵੇਂ ਇੰਗਲਿਸ਼ ਹੋਵੇ ਭਾਵੇਂ ਹਿੰਦੀ ਹੋਵੇ। ਉਹ ਸਟੈਨੋਟਾਈਪਿਸਟ ਲੱਗਾ ਜਿਹਦੀ ਸਪੀਡ 80 ਆ, 80 ਵਰਡ ਪਰ ਮਿੰਟ ਦੇ ਹਿਸਾਬ ਨਾਲ ਪੇਪਰ ਉਹਦਾ ਹੋਣਾ ਹੁੰਦਾ ਆ। ਜੇ ਆਪਾਂ ਜੂਨੀਅਰ ਸਕੇਲ ਸਟੈਨੋਗ੍ਰਾਫਰ ਲੱਗਣਾ ਚਾਹੁੰਦੇ ਆ, ਜੇ ਆਪਾਂ ਪੀਏ ਬਣਨਾ ਚਾਹੁੰਦੇ ਆ, ਠੀਕ, ਉਹਦੇ ਵਿੱਚ ਤੁਹਾਡੀ ਸਪੀਡ ਜਿਹੜੀ ਆ, ਜਦੋਂ ਵੀ ਸਟੈਨੋਗ੍ਰਾਫਰ ਦੀ ਪੋਸਟ ਹੋਈ ਉਹ 'ਚ ਮੈਂਸ਼ਨ ਕੀਤਾ ਹੁੰਦਾ ਸਟੈਨੋਗ੍ਰਾਫਰ ਇੰਗਲਿਸ਼ ਜਾਂ ਸਟੈਨੋਗ੍ਰਾਫਰ ਪੰਜਾਬੀ ਜਾਂ ਸਟੈਨੋਗ੍ਰਾਫਰ ਹਿੰਦੀ। ਜਿਹੜੀ ਚੀਜ਼ ਨਾਲ ਉਹਦੇ ਨਾਲ ਮੈਂਸ਼ਨ ਕੀਤਾ ਬ੍ਰੈਕਟ ਵਿੱਚ ਪਾਇਆ ਹੁੰਦਾ ਸਟੈਨੋਗ੍ਰਾਫਰ ਇੰਗਲਿਸ਼। ਜੇ ਇੰਗਲਿਸ਼ ਨਾਲ ਲਿਖਿਆ ਤਾਂ ਇੰਗਲਿਸ਼ ਦੀ ਸਪੀਡ 100 ਹੋਏਗੀ, ਜੇ ਨਾਲ ਉਹਦੇ ਪੰਜਾਬੀ ਲਿਖਿਆ ਤਾਂ ਸਪੀਡ ਪੰਜਾਬੀ ਦੀ 100 ਹੋਏਗੀ। ਜੇ ਹਿੰਦੀ ਲਿਖਿਆ ਸਟੈਨੋਗ੍ਰਾਫਰ ਹਿੰਦੀ ਤਾਂ ਹਿੰਦੀ ਸਪੀਡ 100 ਦੀ ਹੋਏਗੀ। 100 ਵਰਡ ਪਰ ਮਿੰਟ ਜਿਹੜੀ ਲੈਂਗੁਏਜ ਦਾ ਬੰਦਾ ਸਟੈਨੋਗ੍ਰਾਫਰ ਲੱਗ ਰਿਹਾ, ਤੇ ਜਿਹੜੀ ਦੂਜੀ ਸੈਕੰਡ ਲੈਂਗੁਏਜ ਆ ਉਹਦੀ ਸਪੀਡ ਹੋਏਗੀ 50। 50 ਵਰਡ ਪਰ ਮਿੰਟ ਸ਼ਾਰਟਹੈਂਡ ਦੀ ਸਪੀਡ ਹੋਣੀ ਚਾਹੀਦੀ ਆ ਜੂਨੀਅਰ ਸਕੇਲ ਸਟੈਨੋਗ੍ਰਾਫਰ ਜਾਂ ਸਟੈਨੋਗ੍ਰਾਫਰ ਲੱਗਣ ਵਾਸਤੇ। ਸਟੈਨੋਟਾਈਪਿਸਟ ਵਾਸਤੇ 80 ਵਰਡ ਪਰ ਮਿੰਟ 80 ਵਰਡ, ਤੇ ਜੂਨੀਅਰ ਸਕੇਲ ਵਾਸਤੇ 100 ਵਰਡ ਪਰ ਮਿੰਟ। ਪੰਜਾਬ ਦੀ ਜਿੰਨੀਆਂ ਐਸਐਸ ਬੋਰਡ ਦੀਆਂ ਪੋਸਟਾਂ ਆਉਂਦੀਆਂ ਉਹਦੇ ਵਿੱਚ ਇਹ ਰੂਲ ਹੁੰਦਾ ਹੈ। ਠੀਕ ਹੈ, ਜਿਹੜੇ ਹੁਣ ਮੰਨ ਲਓ ਵਿਧਾਨ ਸਭਾ ਵਿੱਚ ਜਾਂਦੇ ਆ ਉਹਦੇ ਵਿੱਚ ਇਹਦੇ ਨਾਲ ਇੱਕ ਆਪਸ਼ਨਲ ਹੁੰਦਾ ਹੈ। ਜੇ ਆਪਾਂ 100 ਦੀ ਸਪੀਡ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦਾ ਪੇਪਰ ਪਾਸ ਕਰਦੇ ਆ ਤਾਂ ਆਪਸ਼ਨਲ ਹੁੰਦਾ ਆ। ਕਈ ਵਾਰੀ ਜੇ ਕੈਂਡੀਡੇਟ ਨਹੀਂ ਮਿਲਦਾ ਤਾਂ ਉਸੇ ਬੇਸ ਤੇ ਹੀ ਜੋਬ ਮਿਲ ਜਾਂਦੀ ਆ। ਜੇ ਕੈਂਡੀਡੇਟ ਹੋਣ ਵੀ ਦੋਨੋਂ ਕੀਤੀਆਂ ਲੈਂਗੁਏਜ ਤੇ ਫਿਰ ਦੂਸਰਾ ਪੇਪਰ ਵੀ ਹੁੰਦਾ ਜਿਹੜਾ 50 ਵਰਡ ਪਰ ਮਿੰਟ ਦੇ ਹਿਸਾਬ ਨਾਲ ਪੇਪਰ ਹੁੰਦਾ ਵਿਧਾਨ ਸਭਾ ਜਾਂ ਐਸਐਸ ਬੋਰਡ ਦੇ। ਐਸਐਸ ਬੋਰਡ ਵਿੱਚ ਤਾਂ ਸਟੂਡੈਂਟ ਬਹੁਤ ਵੱਧ ਜਾਂਦੇ ਆ, ਉਹਦੇ ਵਿੱਚ ਦੋਨੇ ਹੀ ਪੇਪਰ ਕਲੀਅਰ ਕਰਨੇ ਜ਼ਰੂਰੀ ਹੁੰਦੇ ਆ। ਜੇ ਸਟੈਨੋਗ੍ਰਾਫਰ ਲਿਖਿਆ ਹੋਇਆ ਪੰਜਾਬੀ ਵਾਲਾ ਤਾਂ ਪੰਜਾਬੀ ਸਪੀਡ 100 ਚਾਹੀਦੀ ਹੈ ਤੇ 50 ਚਾਹੀਦੀ ਹੈ ਇੰਗਲਿਸ਼ ਦੀ। ਜੇ ਸਟੈਨੋਗ੍ਰਾਫਰ ਲਿਖਿਆ ਹੋਇਆ ਇੰਗਲਿਸ਼ ਵਾਲਾ ਤਾਂ ਫਿਰ ਇੰਗਲਿਸ਼ ਦੀ ਵੱਧ ਚਾਹੀਦੀ ਹੈ ਤੇ ਪੰਜਾਬੀ ਦੀ ਘੱਟ ਚਾਹੀਦੀ ਆ। ਕੱਲੀ ਪੰਜਾਬੀ ਜਾਂ ਕੱਲੀ ਇੰਗਲਿਸ਼ ਕੀਤੀ ਆ ਤਾਂ ਸਟੈਨੋਟਾਈਪਿਸਟ, ਜੇ ਦੋਨੋਂ ਕੀਤੀਆਂ ਤਾਂ ਸਟੈਨੋਗ੍ਰਾਫਰ। ਉਸ ਤੋਂ ਬਾਅਦ ਜਿਹੜੀ ਜੂਨੀਅਰ ਸਕੇਲ, ਜੇ ਦੋਨੋਂ ਕੀਤੇ ਜੂਨੀਅਰ ਸਕੇਲ ਦੀ ਪੋਸਟ ਮਿਲਦੀ ਆ। ਅਲੱਗ-ਅਲੱਗ ਡਿਪਾਰਟਮੈਂਟ ਦੇ ਅਲੱਗ-ਅਲੱਗ ਉਹਨਾਂ ਦਾ ਕ੍ਰਾਈਟੇਰੀਆ ਹੁੰਦਾ ਆ, ਉਹਦਾ ਨਾਮ, ਅਹੁਦੇ ਦਾ ਨਾਮ ਬਦਲ ਜਾਂਦਾ ਆ, ਬਾਕੀ ਇਹਦਾ ਸਿਸਟਮ ਸਾਰਾ ਸੇਮ ਹੀ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਸੀਨੀਅਰ ਸਕੇਲ ਹੈਗੀ ਆ ਉਹ ਆਪਾਂ ਡਿਪਾਰਟਮੈਂਟ 'ਚ ਜਦੋਂ ਜੋਬ ਕਰਨ ਤੋਂ ਬਾਅਦ ਕਈ ਵਾਰੀ ਪੋਸਟਾਂ ਡਾਇਰੈਕਟ ਵੀ ਨਿਕਲਦੀਆਂ ਜਿਹਦੇ ਵਿੱਚ ਐਕਸਪੀਰੀਅੰਸ ਮੰਗਿਆ ਹੁੰਦਾ ਵੀ ਤੁਹਾਡੇ ਕੋਲ ਜੂਨੀਅਰ ਸਕੇਲ ਦਾ ਜਾਂ ਸਟੈਨੋਟਾਈਪਿਸਟ ਦਾ ਐਕਸਪੀਰੀਅੰਸ ਹੋਣਾ ਚਾਹੀਦਾ 5 ਸਾਲ 10 ਸਾਲ ਦਾ, ਤਾਂ ਆਪਾਂ ਸੀਨੀਅਰ ਸਕੇਲ ਵਿੱਚ ਜਾ ਸਕਦੇ ਹਾਂ। ਉਹ ਡਿਪਾਰਟਮੈਂਟ ਦੇ ਥਰੂ ਜਾਣਾ ਹੁੰਦਾ। ਕੋਈ ਡਾਇਰੈਕਟ ਮੈਂ ਸੁਣਿਆ ਨਹੀਂ ਅੱਜ ਤੱਕ ਵੀ ਸੀਨੀਅਰ ਸਕੇਲ ਦੀ ਸਿੱਧੀ ਪੋਸਟ ਕੋਈ ਆਈ ਹੋਵੇ, ਮੇਰੇ ਧਿਆਨ ਵਿੱਚ ਨਹੀਂ ਹੈਗੀ। ਉਹ ਤੁਹਾਨੂੰ ਸ਼ਾਇਦ ਜੇ ਪਤਾ ਹੋਵੇ ਕਿਸੇ ਡਿਪਾਰਟਮੈਂਟ 'ਚ ਆਈ ਹੋਵੇ ਤਾਂ ਹੋ ਵੀ ਸਕਦਾ ਆਈ ਹੋਵੇ। ਪਰ ਇਹ ਜਿਹੜੀ ਥਰੂ ਡਿਪਾਰਟਮੈਂਟ ਪ੍ਰਮੋਸ਼ਨ ਬੰਦਾ ਲੈ ਕੇ ਸੀਨੀਅਰ ਸਕੇਲ ਪਾਉਂਦਾ ਆ, ਉਹ ਹਰੇਕ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਕ੍ਰਾਈਟੇਰੀਆ ਹੈਗਾ ਵੀ ਕਈਆਂ ਡਿਪਾਰਟਮੈਂਟਾਂ ਵਿੱਚ ਸਟੈਨੋਟਾਈਪਿਸਟ ਤੋਂ ਬਾਅਦ ਕੋਈ ਅਹੁਦਾ ਨਹੀਂ ਹੁੰਦਾ ਤਾਂ ਬੰਦਾ ਸਟੈਨੋਟਾਈਪਿਸਟ ਹੀ ਜੁਆਇਨ ਹੋ ਕੇ ਸਟੈਨੋਟਾਈਪਿਸਟ ਹੀ ਰਿਟਾਇਰ ਹੁੰਦਾ ਆ। ਤੇ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਡਿਪਾਰਟਮੈਂਟ ਹੈਗੇ ਆ ਜਿਹਦੇ ਵਿੱਚ ਅੱਗੇ ਅਹੁਦੇ ਹੁੰਦੇ ਆ। ਜਾਂ ਬੰਦਾ ਪੇਪਰ ਦੇ ਕੇ, ਜੇ ਆਪਾਂ ਸਟੈਨੋਟਾਈਪਿਸਟ ਲੱਗਦੇ ਹਾਂ ਪੇਪਰ ਦੇ ਕੇ, ਆਪਾਂ ਇੰਗਲਿਸ਼ ਦਾ ਪੇਪਰ ਨਾਲ ਦੇ ਕੇ ਆਪਾਂ ਜੂਨੀਅਰ ਸਕੇਲ ਬਣ ਸਕਦੇ ਹਾਂ। ਜੂਨੀਅਰ ਸਕੇਲ ਵਿੱਚ ਪੇਪਰ ਦੇ ਕੇ ਆਪਾਂ ਸੀਨੀਅਰ ਸਕੇਲ ਬਣ ਸਕਦੇ ਹਾਂ। ਇੱਦਾਂ ਉਦੋਂ ਬਾਅਦ ਤੁਸੀਂ ਜਿਹੜੇ ਵੀ ਡਿਪਾਰਟਮੈਂਟ ਜਾਂਦੇ ਹੋ ਉਹਦੇ ਵਿੱਚ ਅੱਗੇ ਜਾ ਕੇ ਰਾਹ ਖੁੱਲ੍ਹਦੇ ਰਹਿੰਦੇ ਆ ਤੇ ਪ੍ਰਮੋਸ਼ਨ ਹੁੰਦੀ ਹੈ, ਬੰਦਾ ਆਫਿਸਰ ਬਣ ਕੇ ਰਿਟਾਇਰ ਹੁੰਦਾ ਆ। ਜੇ ਬੰਦਾ ਪੜ੍ਹਨ ਵਾਲਾ ਹੈਗਾ, ਜੇ ਆਪਾਂ ਜੋਬ ਲੈ ਲਈ, ਜੇ ਸੈਟਿਸਫਾਈ ਹੋ ਗਏ ਆ ਤੇ ਫਿਰ ਤਾਂ ਬੰਦਾ ਜਿਵੇਂ ਲੱਗਾ ਜੋਬ ਤੇ ਉੱਦਾਂ ਹੀ ਰਿਟਾਇਰ ਹੋਏਗਾ। ਜੇ ਬੰਦਾ ਪੜ੍ਹਨ ਵਾਲਾ ਹੈਗਾ, ਜੇ ਪੰਜਾਬੀ ਕੀਤੀ ਇੰਗਲਿਸ਼ ਕਰ ਲੈਂਦਾ, ਜੇ ਇੰਗਲਿਸ਼ ਕੀਤੀ ਤਾਂ ਪੰਜਾਬੀ ਨਾਲ ਕਰ ਲੈਂਦਾ ਜਾਂ ਹਿੰਦੀ ਕਰ ਲੈਂਦਾ, ਅੱਗੇ ਵੱਧਦਾ ਰਹਿੰਦਾ। ਥਰੂ ਡਿਪਾਰਟਮੈਂਟ ਵੀ ਤੁਸੀਂ ਅੱਗੇ ਪ੍ਰਮੋਸ਼ਨ ਲੈ ਸਕਦੇ ਹੋ। ਡਿਪਾਰਟਮੈਂਟ ਨੂੰ ਛੱਡ ਕੇ ਕੋਈ ਹੋਰ ਪੋਸਟਾਂ ਨਿਕਲਦੀਆਂ ਉਹਦੇ ਵਿੱਚ ਵੀ ਇਸ ਡਿਪਾਰਟਮੈਂਟ ਦਾ ਐਕਸਪੀਰੀਅੰਸ, ਇਹੀ ਡਿਪਾਰਟਮੈਂਟ ਦੀ ਤੁਸੀਂ ਡਿਪਾਰਟਮੈਂਟ ਤੋਂ ਪਰਮਿਸ਼ਨ ਲੈ ਕੇ ਜਦੋਂ ਫਾਰਮ ਅਗਲਾ ਫਿਲ ਕਰੋਗੇ ਤੁਹਾਨੂੰ ਸੇਮ ਸੈਲਰੀ ਤੁਸੀਂ ਅਗਲੇ ਡਿਪਾਰਟਮੈਂਟ 'ਚ ਚਲੇ ਜਾਓਗੇ ਜਿਸ ਤੁਹਾਨੂੰ ਹੋਰ ਪ੍ਰਮੋਸ਼ਨ ਮਿਲ ਸਕਦੀ ਆ।
ਮੰਨ ਲਓ ਤੁਸੀਂ ਮੌਜੂਦਾ ਸਟੈਨੋਟਾਈਪਿਸਟ ਹੋ ਕਿਸੇ ਡਿਪਾਰਟਮੈਂਟ ਦੇ ਵਿੱਚ, ਜੇ ਤੁਸੀਂ ਵਿਧਾਨ ਸਭਾ ਜਾਣਾ ਚਾਹੁੰਦੇ ਹੋ ਡਿਪਾਰਟਮੈਂਟ ਥਰੂ ਪਰਮਿਸ਼ਨ ਲੈ ਕੇ ਪੇਪਰ ਦਿਓ, ਸੇਮ ਸੈਲਰੀ ਨਾਲ ਤੁਸੀਂ ਅਗਲੇ ਡਿਪਾਰਟਮੈਂਟ ਚਲੇ ਜਾਣਾ, ਵਿਧਾਨ ਸਭਾ ਚਲੇ ਜਾਣਾ, ਉੱਥੇ ਤੁਹਾਡੇ ਕੋਲ ਬਹੁਤ ਅੱਗੇ ਰਾਹ ਹੈਗੇ ਆ ਵੀ ਤੁਸੀਂ ਆਫੀਸਰ ਬਣਨਾ ਚਾਹੁੰਦੇ ਤਾਂ ਬਣ ਸਕਦੇ ਹੋ। ਪਰ ਜਿਹੜਾ ਬੰਦਾ ਨਹੀਂ ਪੜ੍ਹਨ ਵਾਲਾ, ਜਿਹੜਾ ਸਿਰਫ ਮੈਂ ਸਟੈਨੋਟਾਈਪਿਸਟ ਲੱਗ ਗਿਆ ਤੇ ਹੁਣ ਮੈਂ ਸੈਟੀਸਫਾਈ ਹਾਂ 35,000 ਦੀ ਸੈਲਰੀ ਤੋਂ, ਤੇ ਫਿਰ ਠੀਕ ਆ। ਜੇ ਤੁਸੀਂ ਪੜ੍ਹ ਸਕਦੇ ਤਾਂ ਤੁਸੀਂ ਆਫੀਸਰ ਰਿਟਾਇਰ ਹੋ ਸਕਦੇ ਹੋ। ਸਾਡੇ ਬਹੁਤ ਸਟੂਡੈਂਟ ਹੈਗੇ ਜਿਹੜੇ ਇਸ ਲਾਈਨ ਨੂੰ ਹੁਣ ਛੱਡ ਕੇ, ਇੱਕ ਵਾਰੀ ਰਸਤਾ ਬਣ ਜਾਂਦਾ ਸਟੈਨੋਟਾਈਪਿਸਟ ਨਾਲ ਕਲਰਕ ਨਾਲ ਰਸਤਾ ਬਣ ਗਿਆ, ਉਸ ਤੋਂ ਬਾਅਦ ਰਸਤੇ ਵਿੱਚ ਤੁਹਾਨੂੰ ਤੁਹਾਡੇ ਆਫੀਸਰ ਵੀ ਤੁਹਾਨੂੰ ਗਾਈਡ ਕਰਨਗੇ, ਤੁਹਾਡੇ ਸੀਨੀਅਰ ਤੁਹਾਨੂੰ ਗਾਈਡ ਕਰਨਗੇ ਤੁਸੀਂ ਅੱਗੇ ਕਿਵੇਂ ਵਧਣਾ ਹੈ। ਜੇ ਬੰਦਾ ਪੜ੍ਹਨ ਵਾਲਾ ਤਾਂ ਉਹ ਬਹੁਤ ਅੱਗੇ ਵੱਧ ਸਕਦਾ ਹੈ, ਤੇ ਜਿਹੜਾ ਬੰਦਾ ਵੀ ਹੁਣ ਥੱਕ ਚੁੱਕਾ ਪੜ੍ਹ ਕੇ ਤੇ ਉਹ ਉੱਥੇ ਹੀ ਸੈਟਿਸਫਾਈ ਹੋ ਸਕਦਾ। ਉਹ ਤੁਹਾਡੀ ਆਪਦੀ ਮਰਜ਼ੀ ਹੈਗੀ, ਤੁਸੀਂ ਪ੍ਰਮੋਸ਼ਨ ਲੈਣਾ ਚਾਹੁੰਦੇ ਆ ਕਿ ਨਹੀਂ ਲੈਣਾ ਚਾਹੁੰਦੇ। ਕਈ ਸਟੂਡੈਂਟ ਇਸ ਤਰ੍ਹਾਂ ਦੇ ਵੀ ਹੈਗੇ ਜਿਹੜੇ ਪ੍ਰਮੋਸ਼ਨ ਮਿਲਦੀ ਪਈ ਆ ਫਿਰ ਵੀ ਨਹੀਂ ਲੈਂਦੇ, ਕਹਿੰਦੇ ਵੀ ਕੰਮ ਵੱਧ ਜਾਂਦਾ ਜੀ, ਜ਼ਿੰਮੇਵਾਰੀ ਵੱਧ ਜਾਂਦੀ ਆ, ਸਟੈਨੋਟਾਈਪਿਸਟ ਠੀਕ ਆ ਜੀ ਵਿਹਲੇ ਬੈਠੇ ਹੋਏ ਆ, ਠੀਕ ਹੈ। ਇੱਦਾਂ ਜਿਹੜਾ ਬਹੁਤ ਰਿਸਪੌਂਸਿਬਿਲਿਟੀ ਵਾਲੀ ਜੌਬ ਹੈਗੀ ਆ, ਜਿਹੜੀ ਜ਼ਿੰਮੇਵਾਰੀ ਹੁੰਦੀ ਕਿਸੇ ਕੰਮ ਦੀ ਉਹ ਸਟੈਨੋਟਾਈਪਿਸਟ ਦੀ ਹੁੰਦੀ ਆ, ਸਟੈਨੋਗ੍ਰਾਫਰ ਦੀ ਹੁੰਦੀ ਹੈ। ਇੱਕ ਪਰਸਨਲ ਅਸਿਸਟੈਂਟ ਲੱਗਦਾ ਕਿਸੇ ਆਫੀਸਰ ਦਾ, ਉਹਦੇ ਕੰਮ ਜਿਹੜੇ ਹੈਗੇ ਤੁਸੀਂ ਯਾਦ ਕਰਾਉਣੇ ਵੀ ਉਹਨੇ ਕਿੱਥੇ ਜਾਣਾ, ਕੀ ਕਰਨਾ ਹੈਗਾ। ਆਫੀਸਰ ਆਪਦਾ ਦਿਮਾਗ ਘੱਟ ਯੂਜ਼ ਕਰਦਾ ਹੈਗਾ, ਸਟੈਨੋਗ੍ਰਾਫਰ ਦਾ ਦਿਮਾਗ ਜ਼ਿਆਦਾ ਯੂਜ਼ ਕਰਦਾ। ਜੇ ਕੋਈ ਕੱਲ੍ਹ ਨੂੰ ਕੰਮ ਰਹਿੰਦਾ ਹੈਗਾ, ਕੋਈ ਕਿਸੇ ਕੰਮ ਵਿੱਚ ਕੋਈ ਕਮੀ ਰਹਿੰਦੀ ਹੈ, ਕੰਮ ਗਲਤ ਹੁੰਦਾ ਤਾਂ ਜ਼ਿੰਮੇਵਾਰੀ ਉਸ ਸਟੈਨੋਟਾਈਪਿਸਟ ਦੀ ਹੋਣੀ ਆ। ਸਟੈਨੋਟਾਈਪਿਸਟ ਨੇ ਅੱਗੋਂ ਆਪਦੇ ਕੰਮ ਕਰਵਾ ਕੇ ਦੇਣਾ, ਪਰ ਜ਼ਿੰਮੇਵਾਰ ਉਸ ਕੰਮ ਦਾ ਸਟੈਨੋਟਾਈਪਿਸਟ ਹੁੰਦਾ ਆ। ਸਾਰਿਆਂ ਵਿੱਚ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਉਹ ਗ੍ਰੈਜੂਏਸ਼ਨ ਹੀ ਹੁੰਦੀ ਹੈ। ਗ੍ਰੈਜੂਏਸ਼ਨ ਤੇ ਕੰਪਿਊਟਰ ਬੇਸਿਕ ਵਾਲਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ, 6 ਮਹੀਨੇ ਜਾਂ ਸਾਲ ਦਾ ਹੋਣਾ ਚਾਹੀਦਾ। ISO ਜਿਵੇਂ 120 ਘੰਟਾ ਗਵਰਨਮੈਂਟ ਮੰਗਦੀ ਆ, ਕੁਆਲੀਫਿਕੇਸ਼ਨ ਸੇਮ ਹੀ ਰਹਿੰਦੀ ਆ, ਏਜ ਲਿਮਿਟ ਵੀ ਸੇਮ ਹੀ ਰਹਿੰਦੀ ਹੈ। 18 ਤੋਂ 37 ਸਾਲ ਜਨਰਲ ਕੈਟਾਗਰੀ ਆ ਤੇ 42 ਸਾਲ ਤੱਕ ਅਦਰ ਕੈਟਾਗਰੀ ਨੂੰ ਫਾਰਮ ਭਰਨ ਦੀ ਪਰਮਿਸ਼ਨ ਹੁੰਦੀ ਆ। ਬਸ ਮਿਹਨਤ ਵੱਧ ਜਾਂਦੀ ਆ, 80 ਵਾਲੀ ਥੋੜੀ ਮਿਹਨਤ ਘੱਟ ਕਰਨੀ ਪੈਂਦੀ ਆ। 80 ਵਿੱਚ ਕੰਪੀਟੀਸ਼ਨ ਵੀ ਵੱਧ ਜਾਂਦਾ, ਦੁਨੀਆ ਵੀ ਜ਼ਿਆਦਾ ਹੁੰਦੀ ਆ, ਤੇ 100 ਵਿੱਚ ਥੋੜਾ ਕੰਪੀਟੀਸ਼ਨ ਘੱਟ ਜਾਂਦਾ, ਮਿਹਨਤ ਵੱਧ ਜਾਂਦੀ ਆ। ਜੇ ਦੋਨਾਂ ਕਰਾਂਗੇ ਤਾਂ ਕੰਪੀਟੀਸ਼ਨ ਬਿਲਕੁਲ ਘੱਟ ਜਾਂਦਾ, ਥੋੜੇ ਲੋਕ ਰਹਿ ਜਾਂਦੇ। ਮਿਹਨਤ ਵੱਧ ਜਾਂਦੀ, ਬੰਦੇ ਘੱਟ ਜਾਂਦੇ। ਜਦੋਂ ਮਿਹਨਤ ਘੱਟ ਆਪਣੀ ਸਟੈਨੋਟਾਈਪਿਸਟ ਵਿੱਚ 80 ਵਿੱਚ ਤੇ ਬੰਦੇ ਵੱਧ ਜਾਣੇ। ਇਹ ਤੁਹਾਡੇ ਤੇ ਡਿਪੈਂਡ, ਤੁਸੀਂ ਕੀ ਬਣਨਾ ਚਾਹੁੰਦੇ, ਕੀ ਕਰਨਾ ਚਾਹੁੰਦੇ ਆ। ਬਾਕੀ ਹੋਰ ਗੱਲਬਾਤ ਰਹਿ ਗਈ ਹੋਵੇ ਉਹ ਤੁਸੀਂ ਕਮੈਂਟ ਕਰ ਦੇਣਾ, ਫਿਰ ਆਪਾਂ ਨੈਕਸਟ ਵੀਡੀਓ ਗੱਲ ਕਰਦੇ ਹਾਂ। ਠੀਕ ਹੈ ਜੀ, ਥੈਂਕ ਯੂ।